ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ, ਕਿਉਂਕਿ ਆਪ ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ ਔਰ ਸਰਵ ਸ਼ਕਤੀਮਾਨ, ਸਰਵਵਿਆਪੀ, ਸਰਵਗਿਆ ਪਰਮੇਸ਼ਰ ਹੋ, ਜੋ ਨਿਤ ਪ੍ਰਤੀ ਦਿਨ ਆਪਣੇ ਵਚਨ ਦੇ ਰਾਹੀਂ ਆਪਣੀ ਸਿੱਖਿਆ ਦੇ ਕੇ ਸਾਨੂੰ ਆਪਣੇ ਰਾਜ ਵਿੱਚ ਚਲਾਉਂਦੇ ਹੋ ਅਤੇ ਸਾਡੀ ਆਤਮਿਕ ਉન્નਤੀ ਦੇ ਲਈ ਦਿਨ ਪ੍ਰਤੀ ਦਿਨ ਆਪਣੇ ਵਚਨ ਦਾ ਸਾਨੂੰ ਗੂੜ ਭੇਤ ਦਿੰਦੇ ਹੋ, ਤਾਂ ਕਿ ਅਸੀਂ ਤੇਰੇ ਵਿੱਚ ਵਾਧੇ ਹੋਏ ਤੇਰੀ ਜਿਉਂਦੀ ਆਸ ਵਿੱਚ ਪਾਏ ਜਾਈਏ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ, ਆਮੈਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਰਸੂਲਾਂ ਦੇ ਕਰਤੱਵ 8 ਅਧਿਆਏ ਉਸ ਦੀ 30 ਆਇਤ ਦੇ ਵਿੱਚੋਂ। ਇੱਥੇ ਲਿਖਿਆ ਹੈ, ਜੋ ਤੁਸੀਂ ਪੜ੍ਹ ਰਹੇ ਹੋ ਕੀ ਸਮਝਦੇ ਹੋ? ਉਸ ਦੇ ਨਾਲ ਨਹਿਮੀਆ 8 ਅਧਿਆਏ ਉਸ ਦੀ 7 ਅਤੇ 8 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ। ਲੇਵੀਆਂ ਨੇ ਪਰਜਾ ਨੂੰ ਵਿਵਸਥਾ ਸਮਝਾਈ ਅਤੇ ਪਰਜਾ ਆਪਣੇ ਥਾਂ ਤੇ ਖੜੀ ਰਹੀ ਅਤੇ ਉਹਨਾਂ ਨੇ ਪਰਮੇਸ਼ਰ ਦੀ ਵਿਵਸਥਾ ਦੀ ਪੋਥੀ ਨੂੰ ਬੜੀ ਸਫਾਈ ਨਾਲ ਪੜ੍ਹਿਆ ਅਤੇ ਅਰਥ ਕੀਤੇ ਅਤੇ ਇਸ ਪਾਠ ਨੂੰ ਉਹਨਾਂ ਨੂੰ ਸਮਝਾ ਦਿੱਤਾ। ਇਹ ਜੋ ਸੱਚਾਈ ਹੈ, ਇਹ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਭੇਤਾਂ ਨੂੰ ਪ੍ਰਗਟ ਕਰਦੀ ਹੈ। ਪਰਮੇਸ਼ਰ ਦੇ ਭੇਤ ਕਹਿੰਦਾ ਹੈ, ਫਿਲਿੱਪੋਸ ਜਦੋਂ ਖੋਜਾ ਜੋ ਯਰੂਸ਼ਲਮ ਤੋਂ ਕੰਦਾਕੇ ਨੂੰ ਜਾ ਰਿਹਾ ਸੀ, ਉਸ ਨੇ ਜਦੋਂ ਯਸ਼ਾਇਆ ਦੀ ਉਹ ਪੁਸਤਕ ਪੜ੍ਹ ਰਿਹਾ ਸੀ ਤਦ ਉੱਚੀ ਆਵਾਜ਼ ਦੇ ਨਾਲ ਪੜ੍ਹ ਰਿਹਾ ਸੀ। ਮੈਂ ਸਮਝਦਾ ਹਾਂ ਕਿ ਉਸ ਸਮੇਂ ਦਾ ਮਾਹੌਲ ਅਤੇ ਉਸ ਸਮੇਂ ਦੀ ਇਹ ਰਵਾਇਤ ਸੀ ਕਿ ਜੋ ਵੀ ਕਿਤਾਬ ਹੈ ਉੱਚੀ ਆਵਾਜ਼ ਦੇ ਨਾਲ ਪੜ੍ਹਨਾ, ਔਰ ਇਸੇ ਕਰਕੇ ਫਿਲਿੱਪੋਸ ਉਸ ਨੂੰ ਸੁਣ ਵੀ ਸਕਿਆ ਅਤੇ ਉਸ ਦੇ ਨਾਲ ਇਸ ਨੂੰ ਦੱਸ ਵੀ ਸਕਿਆ ਕਿ ਅਸੀਂ ਇਸ ਸੱਚਾਈ ਨੂੰ ਸਮਝ ਸਕੀਏ। ਪਰ ਜਦੋਂ ਫਿਲਿੱਪੋਸ ਨੇ ਇਸ ਗੱਲ ਨੂੰ ਉਸ ਖੋਜੇ ਨੂੰ ਪੁੱਛਿਆ, ਜੋ ਤੂੰ ਪੜ੍ਹ ਰਿਹਾ ਹੈ ਕੀ ਸਮਝਦਾ ਵੀ ਹੈ? ਸਾਡੇ ਵਿੱਚ ਬਹੁਤੇ ਲੋਕ ਨੇ ਜਿਹੜੇ ਬਾਈਬਲ ਨੂੰ ਪੜ੍ਹਦੇ ਨੇ ਅਤੇ ਰੋਜ਼ਮਰਾ ਦੀ ਹਿਸਾਬ ਦੇ ਨਾਲ ਉਹਨੂੰ ਪੜ੍ਹਦੇ ਜਾਂਦੇ ਨੇ ਪਰ ਉਹਨਾਂ ਨੂੰ ਸਮਝ ਨਹੀਂ ਆਉਂਦੀ। ਕਈ ਪ੍ਰਚਾਰਕ ਵੀ ਮੈਂ ਅਜਿਹੇ ਦੇਖੇ ਨੇ, ਉਹ ਬਾਈਬਲ ਨੂੰ ਪੜ੍ਹਦੇ ਨੇ ਪਰ ਉਹਨੂੰ ਸਮਝਦੇ ਨਹੀਂ। ਉਹ ਜੋ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਹੈ ਉਸ ਨੂੰ ਹੀ ਉਹ ਬੋਲ ਦਿੰਦੇ ਨੇ, ਪਰ ਅਸਲ ਦੇ ਵਿੱਚ ਬਾਈਬਲ ਪਰਮੇਸ਼ਰ ਦੇ ਆਤਮਾ ਦੇ ਰਾਹੀਂ ਲਿਖੀ ਗਈ ਹੈ। ਇਸ ਨੂੰ ਸਮਝਣ ਦੇ ਲਈ ਵੀ ਸਾਨੂੰ ਆਤਮਾ ਦੀ ਸਮਝ ਅਤੇ ਬੁੱਧ ਚਾਹੀਦੀ ਹੈ, ਔਰ ਇਸ ਦੇ ਲਈ ਸਾਨੂੰ ਉਸ ਦੇ ਨਾਲ ਬੈਠ ਕੇ ਇੱਕ ਗਹਿਨ ਅਧਿਐਨ ਕਰਨ ਦੀ ਲੋੜ ਹੁੰਦੀ ਹੈ। ਇਸੇ ਕਰਕੇ ਫਿਲਿੱਪੋਸ ਨੇ ਇਹ ਗੱਲ ਕਹੀ ਕਿ ਜੋ ਤੂੰ ਪੜ੍ਹ ਰਿਹਾ ਹੈ ਕਿ ਉਹਨੂੰ ਸਮਝਦਾ ਵੀ ਹੈ, ਕਿਉਂਕਿ ਪਰਮੇਸ਼ਰ ਦਾ ਆਤਮਾ ਇਸ ਗੱਲ ਨੂੰ ਸਮਝਾਉਣ ਦੇ ਲਈ ਫਿਲਿੱਪੋਸ ਨੂੰ ਉਸ ਜਗ੍ਹਾ ਦੇ ਉੱਤੇ ਲੈ ਕੇ ਆਇਆ। ਇਹਦਾ ਮਤਲਬ ਹੈ ਪਰਮੇਸ਼ਰ ਨੇ ਆਪਣੇ ਚੁਣੇ ਹੋਏ ਸੇਵਕਾਂ ਨੂੰ ਸਾਡੇ ਕੋਲ ਨਿਯੁਕਤ ਕੀਤਾ ਹੋਇਆ ਹੈ ਕਿ ਅਸੀਂ ਪਰਮੇਸ਼ਰ ਦੀ ਬਾਣੀ ਨੂੰ ਉਹਨਾਂ ਕੋਲੋਂ ਸਮਝ ਸਕੀਏ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਆਤਮਾ ਦੇ ਰਾਹੀਂ ਨਿਯੁਕਤ ਕੀਤਾ ਹੈ। ਇਹ ਅਸੀਂ ਆਪਣੇ ਆਪ ਨਹੀਂ ਕਰ ਸਕਦੇ, ਪਰਮੇਸ਼ਰ ਨੇ ਠਹਿਰਾਇਆ। ਪੌਲਸ ਰਸੂਲ, ਜਿਸ ਨੂੰ ਪਰਮੇਸ਼ਰ ਨੇ ਆਪਣੀ ਖੁਸ਼ਖਬਰੀ ਦੇ ਲਈ ਚੁਣਿਆ ਅਤੇ ਉਸ ਨੂੰ ਪਰਾਈਆਂ ਕੌਮਾਂ ਦੇ ਵਿੱਚ, ਯਹੂਦੀਆਂ ਦੇ ਵਿੱਚ ਆਪਣੇ ਸੰਦੇਸ਼ ਸੁਣਾਉਣ ਦੇ ਲਈ ਉਸ ਨੂੰ ਠਹਿਰਾਇਆ। ਉਸ ਨੇ ਕਈ ਜਗ੍ਹਾ ਜਾ ਕੇ ਪਰਮੇਸ਼ਰ ਦੀ ਬਾਣੀ ਦੇ ਭੇਤਾਂ ਨੂੰ ਪ੍ਰਗਟ ਕੀਤਾ। ਇੱਥੇ ਸਭ ਤੋਂ ਪਹਿਲੀ ਗੱਲ ਸਾਨੂੰ ਕੀ ਮਿਲਦੀ ਹੈ? ਕਹਿੰਦਾ ਹੈ, ਜੋ ਤੂੰ ਪੜ੍ਹ ਰਿਹਾ ਕੀ ਸਮਝਦਾ ਹੈ? ਫਿਲਿੱਪੋਸ ਪੁੱਛ ਰਿਹਾ ਹੈ, ਪਰ ਉਸ ਖੋਜੇ ਦਾ ਜਵਾਬ ਕੀ ਸੀ? ਨਹੀਂ, ਜੇ ਤੂੰ ਸਮਝਾਵੇਂ ਮੇਰੇ ਨਾਲ ਆ ਅਤੇ ਬੈਠ। ਸਾਡੇ ਵਿੱਚ ਸਿੱਖਣ ਵਾਲਾ ਮਨ ਵੀ ਹੋਣਾ ਚਾਹੀਦਾ। ਜੇ ਸਿੱਖਣ ਵਾਲਾ ਮਨ ਨਹੀਂ
ਤਾਂ ਅਸੀਂ ਨਾ ਤਾਂ ਸਿੱਖ ਸਕਦੇ ਹਾਂ, ਨਾ ਅਸੀਂ ਉਸ ਮੰਜ਼ਿਲ ਤੇ ਪਹੁੰਚ ਸਕਦੇ ਹਾਂ ਜਿੱਥੇ ਸਾਨੂੰ ਪਰਮੇਸ਼ਰ ਪਹੁੰਚਾਉਣਾ ਚਾਹੁੰਦਾ ਹੈ। ਮੈਂ ਸਮਝਦਾ ਹਾਂ ਖੋਜੇ ਦੇ ਅੰਦਰ ਇੱਕ ਜਗਿਆਸਾ ਸੀ ਪਰਮੇਸ਼ਰ ਨੂੰ ਖੋਜਣ ਦੀ, ਪਰ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਇਹ ਕਿੱਦਾਂ ਹੋਵੇ। ਪਰਮੇਸ਼ਰ ਨੇ ਉਸ ਦੇ ਲਈ, ਉਸ ਨੂੰ ਸਮਝਾਉਣ ਦੇ ਲਈ ਆਪਣੇ ਦਾਸ ਫਿਲਿੱਪੁਸ ਨੂੰ ਘੱਲਿਆ ਕਿ ਉਹ ਉਸ ਦੇ ਭੇਤ ਨੂੰ ਉਸ ਦੇ ਉੱਤੇ ਪ੍ਰਗਟ ਕਰ ਸਕੇ। ਫਿਲਿੱਪੁਸ ਅਤੇ ਹਬਸੀ ਖੋਸ਼ੇ ਜਿਸ ਦੇ ਰੱਥ ਨਾਲ ਉਹ ਹੁਣੇ ਆ ਮਿਲਿਆ ਸੀ, ਸਵਾਲ ਬਹੁਤ ਮਹੱਤਵਪੂਰਨ ਸੀ। ਖੋਜੇ ਨੇ ਇਨਕਾਰ ਕੀਤਾ ਕਿ ਜੋ ਉਹ ਪੜ੍ਹ ਰਿਹਾ ਹੈ ਉਸ ਨੂੰ ਸਮਝਣ ਦੇ ਲਈ ਉਹ ਅਸਮਰਥ ਹੈ। ਉਸ ਨੂੰ ਲੋੜ ਹੈ ਕਿ ਕੋਈ ਮਦਦਗਾਰ ਉਸ ਨੂੰ ਮਿਲੇ ਕਿ ਉਸ ਨੂੰ ਸਮਝਾਵੇ। ਔਰ ਮੁਕਤੀ ਦਾਤੇ ਨੂੰ ਸਮਝਣ ਦੇ ਲਈ, ਮੁਕਤੀ ਦਾਤੇ ਨੂੰ ਜਾਣਨ ਦੇ ਲਈ, ਮੁਕਤੀ ਦਾਤੇ ਦੇ ਭੇਤ ਨੂੰ ਪ੍ਰਗਟ ਕਰਨ ਦੇ ਲਈ ਉਸ ਨੇ ਫਿਲਿੱਪੁਸ ਦੇ ਅੱਗੇ ਤਾਕੀਦ ਕੀਤੀ, ਮੈਨੂੰ ਇਸ ਦਾ ਅਰਥ ਸਮਝਾ। ਅਸੀਂ ਕਈ ਵਾਰ ਪਰਮੇਸ਼ਰ ਦੇ ਭੇਤ ਨੂੰ ਜਦੋਂ ਸਾਨੂੰ ਨਹੀਂ ਪਤਾ ਲੱਗਦਾ ਹੈ, ਅਸੀਂ ਆਪਣੀ ਮਰਜ਼ੀ ਦੇ ਨਾਲ, ਆਪਣੀ ਸਮਝ ਦੇ ਨਾਲ ਉਸ ਨੂੰ ਬੋਲਣਾ ਸ਼ੁਰੂ ਕਰ ਦਿੰਦੇ ਹਾਂ, ਉਸ ਦੇ ਅਰਥ ਨਹੀਂ। ਕਈ ਵਾਰ ਕਈ ਲੋਕ ਸਾਨੂੰ ਪੁੱਛਦੇ ਆ, ਕਈ ਸੇਵਕਾਂ ਨੂੰ ਮੈਂ ਇਸ ਤਰ੍ਹਾਂ ਦੇਖਿਆ ਹੈ, ਜਦੋਂ ਉਹਨਾਂ ਨੂੰ ਕੋਈ ਪੁੱਛਦਾ ਹੈ ਤਾਂ ਜੋ ਮਨ ਦੇ ਵਿੱਚ ਆ ਜਾਂਦੇ ਉਹ ਬੋਲ ਦਿੰਦੇ, ਕਿਉਂ ਮੈਂ ਕਿਤੇ ਇਹਨਾਂ ਦੇ ਅੱਗੇ ਨੀਵਾਂ ਨਾ ਹੋ ਜਾਵਾਂ। ਪਰ ਗਲਤ ਸਿੱਖਿਆ ਤਾਂ ਜਾ ਰਹੀ ਹੈ ਨਾ। ਇੱਥੇ ਨਹਿਮਿਆ ਅਤੇ ਐਜ਼ਰਾ ਦੀ ਮੈਂ ਇੱਕ ਗੱਲ ਬੜੇ ਵਿਸਤਾਰ ਦੇ ਨਾਲ ਪੜ੍ਹ ਰਿਹਾ ਅਤੇ ਮੈਂ ਆਪਦੇ ਅੱਗੇ ਪੜ੍ਹਿਆ। ਬਾਣੀ ਦੇ ਵਿੱਚ ਲਿਖਿਆ ਹੈ, ਜਦੋਂ ਐਜ਼ਰਾ ਦੀ ਪੁਸਤਕ ਅਸੀਂ ਪੜ੍ਹਦੇ ਹਾਂ ਤਾਂ ਉਹਦੇ 7 ਤੇ 10 ਦੇ ਵਿੱਚ ਲਿਖਿਆ ਹੈ, ਐਜ਼ਰਾ ਨੇ ਪਰਮੇਸ਼ਰ ਦੀ ਵਿਵਸਥਾ ਨੂੰ ਸਮਝਣ ਅਤੇ ਸਿਖਾਉਣ ਦੇ ਵਿੱਚ ਅਤੇ ਸਮਝਾਉਣ ਦੇ ਵਿੱਚ ਉਸ ਨੇ ਚਿੱਤ ਲਾਇਆ। ਮੈਂ ਉਹ ਵੀ ਆਪ ਦੇ ਅੱਗੇ ਇਸ ਖੰਡ ਨੂੰ ਆਪ ਦੇ ਅੱਗੇ ਪੜ੍ਹ ਦਿੰਦਾ ਹਾਂ ਤਾਂ ਕਿ ਅਸੀਂ ਇਸ ਸੱਚਾਈ ਨੂੰ ਆਪਣੇ ਜੀਵਨ ਤੋਂ ਦੂਰ ਨਾ ਕਰੀਏ, ਉਸ ਸੱਚਾਈ ਨੂੰ ਸਮਝ ਸਕੀਏ ਜੋ ਪਰਮੇਸ਼ਰ ਦੇ ਦਾਸਾਂ ਨੇ ਆਪਣੀ ਸਮਝ ਨਾਲ ਨਹੀਂ, ਪਰਮੇਸ਼ਰ ਦੀ ਸਮਝ। ਕਹਿੰਦਾ ਹੈ ਕਿਉਂਕਿ ਐਜ਼ਰਾ ਨੇ ਯਹੋਵਾ ਦੀ ਵਿਵਸਥਾ ਦਾ ਅਰਥ ਬੁੱਝ ਲੈਣ। ਉਹ ਆਪਣੇ ਕੋਲੋਂ ਨਹੀਂ ਕੁਝ ਵੀ, ਉਸਨੇ ਪਹਿਲਾਂ ਉਸ ਨੂੰ ਦੇਖਿਆ ਕਿ ਇਹ ਗੱਲ ਕੀ ਕਾਹਦੇ ਲਈ ਹੈ, ਇਹ ਪਰਮੇਸ਼ਰ ਦੀ ਵਿਵਸਥਾ 'ਚ ਕਿਉਂ ਲਿਖੀ ਹੈ, ਇਹ ਪਰਮੇਸ਼ਰ ਨੇ ਕਾਹਤੇ ਲਿਖਾਈ ਹੈ, ਇਸ ਦਾ ਕਾਰਨ ਕੀ ਹੈ, ਇਹ ਕਿਹਨਾਂ ਲਈ ਲਿਖੀ ਗਈ ਹੈ ਅਤੇ ਕੌਣ ਲੋਕ ਇਸ ਦਾ ਪਾਲਨ ਕਰਨਗੇ। ਸਾਰੀਆਂ ਗੱਲਾਂ ਦਾ ਅਰਥ ਬੁੱਝ ਲੈਣ, ਇੱਥੇ ਲਿਖਿਆ ਬੁੱਝ ਲੈਣ ਅਤੇ ਉਸ ਦੇ ਅਨੁਸਾਰ ਚੱਲਣ ਅਤੇ ਇਸਰਾਇਲ ਵਿੱਚ ਵਿਧੀਆਂ ਅਤੇ ਨਿਯਮ ਸਿਖਾਉਣ ਦੇ ਲਈ ਆਪਣਾ ਮਨ ਲਾਇਆ। ਮੈਂ ਅਕਸਰ ਕਈ ਵਾਰ ਮੈਨੂੰ ਮੇਰੇ ਕਲੀਸਿਆ ਦੇ ਲੋਕ ਜਾਂ ਕੋਈ ਆਪਣਾ ਮੈਨੂੰ ਇਸ ਤਰ੍ਹਾਂ ਦਾ ਸਵਾਲ ਪੁੱਛਦਾ ਹੈ, ਜਦੋਂ ਮੈਨੂੰ ਨਹੀਂ ਪਤਾ ਲੱਗਦਾ ਹੈ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਵੀ ਮੈਂ ਇਸ ਦਾ ਅਧਿਐਨ ਕਰਕੇ ਇਸ ਦੇ ਉੱਤੇ ਪੂਰਾ ਵਿਸਤਾਰ ਦੇ ਨਾਲ ਖੋਜ ਕਰਕੇ ਮੈਂ ਆਪ ਨੂੰ ਦੱਸਾਂਗਾ। ਜੇ ਮੈਨੂੰ ਨਹੀਂ ਪਤਾ ਲੱਗਦਾ ਤਾਂ ਮੈਂ ਆਪਣੇ ਭਰਾਵਾਂ ਨੂੰ ਪੁੱਛਦਾ ਕਿ ਮੈਨੂੰ ਦੱਸੋ ਇਹਦਾ ਕੀ ਮਤਲਬ ਹੈ, ਤਦ ਮੈਂ ਇਸ ਦਾ ਸਹੀ ਉਚਾਰਨ ਕਰਦਾ। ਇੱਥੇ ਮੈਂ ਛੋਟਾ ਨਹੀਂ ਹੋ ਗਿਆ, ਪਰ ਪਰਮੇਸ਼ਰ ਦਾ ਜੋ ਸਹੀ ਪ੍ਰਕਾਸ਼ ਸਾਡੇ ਜੀਵਨ ਦੇ ਲਈ ਉਚਿਤ ਹੈ ਉਹ ਮੈਨੂੰ ਵੀ ਮਿਲ ਰਿਹਾ ਅਤੇ ਦੂਸਰਿਆਂ ਨੂੰ ਵੀ ਮਿਲ ਰਿਹਾ। ਪੌਲਸ ਰਸੂਲ ਇਹੀ ਗੱਲ ਕਹਿੰਦਾ ਹੈ ਜਦੋਂ ਅਸੀਂ ਕੁਰੰਥ ਦੀ ਪੁਸਤਕ, ਜਿਹੜੀ ਗੱਲ ਮੈਂ ਪਰਮੇਸ਼ਰ ਤੋਂ ਪਾਈ ਉਹ ਤੁਹਾਨੂੰ ਵੀ ਸੌਂਪ ਦਿੱਤੀ। ਇਹਦਾ ਮਤਲਬ ਉਹ ਆਪਣੇ ਵਿੱਚ ਮਿਲਾਵਟ ਨਹੀਂ ਕਰ ਰਿਹਾ, ਉਹ ਮਿਲਾਵਟ ਕਰਕੇ ਨਹੀਂ ਦੱਸ ਰਿਹਾ। ਸੱਚ ਜੋ ਹੈ ਉਹ ਸੱਚ ਜਿਸ ਦੇ ਵਿੱਚ ਸਾਨੂੰ ਆਜ਼ਾਦੀ ਮਿਲਦੀ ਹੈ ਉਸ ਨੂੰ ਦੱਸ ਰਿਹਾ। ਸਿਖਾਉਣ ਵਾਲੇ ਦੇ ਵਿੱਚ ਨਮਰਤਾ, ਸਿੱਖਣ ਵਾਲੇ ਦੇ ਵਿੱਚ ਸਿੱਖਣ ਵਾਲਾ ਮਨ, ਇਹ ਦੋਹੇ ਚੀਜ਼ਾਂ ਜਦ ਤੱਕ ਨਹੀਂ ਹੈ ਪਿਆਰੋ ਅਸੀਂ ਪਰਮੇਸ਼ਰ ਦੇ ਭੇਤ ਨੂੰ ਨਾ ਤਾਂ ਸਮਝ ਸਕਦੇ ਹਾਂ ਔਰ ਨਾ ਅਸੀਂ ਦੱਸ ਸਕਦੇ। ਇਸ ਲਈ ਬਾਈਬਲ ਬਾਣੀ ਇੱਥੇ ਸਿਖਾ ਰਹੀ ਹੈ ਫਿਲਿੱਪੁਸ ਦੇ ਜੀਵਨ। ਜੋ ਫਿਲਿੱਪੁਸ ਨੇ ਖੋਜੇ ਨੂੰ ਸਵਾਲ ਕੀਤਾ, ਜੋ ਤੂੰ ਪੜ੍ਹ ਰਿਹਾ ਕਿ ਸਮਝਦਾ ਵੀ ਹੈ,
ਜਦੋਂ ਅਸੀਂ ਰੋਮੀਆਂ ਦੀ ਪੁਸਤਕ 10 ਅਧਿਆਏ ਉਸ ਦੀ 15 ਆਇਤ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਵੀ ਪੌਲਸ ਰਸੂਲ ਕਹਿੰਦਾ ਹੈ, ਜੇਕਰ ਉਹ ਘੱਲੇ ਨਾ ਜਾਣ ਕਿਉਂ ਕਰ ਪ੍ਰਚਾਰ ਕਰ। ਕਿੰਨੇ ਹੀ ਧਨ ਨੇ ਉਹ ਚਰਨ ਜੋ ਖੁਸ਼ਖਬਰੀ ਦਾ ਪ੍ਰਚਾਰ ਕਰਦੇ, ਜੇ ਉਹ ਘੱਲੇ ਨਾ ਜਾਣ। ਜੇ ਹੁਣ ਫਿਲਿੱਪੁਸ ਨੂੰ ਪਰਮੇਸ਼ਵਰ ਦਾ ਆਤਮਾ ਘੱਲਦਾ ਹੀ ਨਹੀਂ ਕਿ ਉਹ ਫਲਾਨੀ ਜਗ੍ਹਾ ਦੇ ਉੱਤੇ ਫਲਾਨਾ ਵਿਅਕਤੀ ਜਾ ਰਿਹਾ ਹੈ, ਉਹ ਬਚਨ ਨੂੰ ਪੜ੍ਹ ਰਿਹਾ, ਉਹਨੂੰ ਸਮਝ ਨਹੀਂ ਆ ਰਹੀ, ਜਾ ਉਹਨੂੰ ਦੱਸ। ਪਰਮੇਸ਼ਵਰ ਕਈ ਵਾਰ ਆਪਣੇ ਭੇਤ ਉਹਨਾਂ ਲੋਕਾਂ ਦੇ ਉੱਤੇ ਪ੍ਰਗਟ ਕਰਦਾ ਹੈ ਜਿਹੜੇ ਸਿੱਖਣਾ ਚਾਹੁੰਦੇ ਆ। ਕਈ ਵਾਰ ਆਪਣੇ ਭੇਤ ਉਹਨਾਂ ਲੋਕਾਂ ਦੇ ਵਿੱਚ ਲੈ ਕੇ ਪ੍ਰਗਟ ਕਰਦਾ ਜਿਹੜੇ ਪਾਪ ਦੇ ਵਿੱਚ ਫਸੇ ਹੋਇਆ, ਗਿਲਟੀ ਹੈ। ਉਹਨਾਂ ਨੂੰ ਆਪਣੇ ਦਾਸਾਂ ਦੇ ਰਾਹੀਂ ਦੱਸਦਾ ਹੈ, ਤੁਸੀਂ ਪਾਪ ਦੇ ਵਿੱਚੋਂ ਤੌਬਾ ਕਰੋ ਅਤੇ ਮੁੜੋ ਕਿ ਤੁਸੀਂ ਜੀਵੰਤ ਰਹਿ ਸਕੋ। ਦਾਊਦ ਨੇ ਗਲਤੀ ਕੀਤੀ, ਪਰਮੇਸ਼ਵਰ ਨੇ ਨਾਤਾਨ ਨਬੀ ਨੂੰ ਭੇਜਿਆ। ਜੇ ਉਹ ਨਾ ਭੇਜਦਾ ਤਾਂ ਦਾਊਦ ਗਲਤੀ ਦੇ ਵਿੱਚ ਹੀ ਖੜਾ ਰਹਿੰਦਾ, ਪਛਤਾਪ ਨਾ ਕਰਦਾ, ਮੁੜਦਾ ਨਾ। ਇਸੇ ਤਰ੍ਹਾਂ ਖੋਜੇ ਨੇ ਵੀ ਕੀਤਾ। ਦਾਊਦ ਨੂੰ ਜਦੋਂ ਪਤਾ ਲੱਗਾ ਉਸੇ ਵੇਲੇ ਉਹਨੇ ਕਿਹਾ, ਮੈਂ ਗਲਤੀ ਕੀਤੀ ਹੈ, ਮੈਨੂੰ ਮਾਫ ਕਰ। ਉਸੇ ਵੇਲੇ ਦਾਊਦ ਨੂੰ ਮਾਫੀ ਮਿਲ ਗਈ। ਉਸੇ ਵੇਲੇ। ਮੇਰੇ ਪਿਆਰੇ ਅਸੀਸ, ਅੱਜ ਦੇ ਇਸ ਪਾਠ ਦੇ ਵਿੱਚ ਜੋ ਮੇਰਾ ਵਿਸ਼ਾ ਹੈ ਕਿ ਸਾਡੇ ਵਿੱਚ ਸਿੱਖਣ ਵਾਲਾ ਮਨ ਹੈ, ਕਿ ਸਾਡੇ ਵਿੱਚ ਸਿੱਖਣ ਵਾਲਾ ਮਨ ਹੈ। ਜੇ ਸਾਡੇ ਵਿੱਚ ਸਿੱਖਣ ਵਾਲਾ ਮਨ ਹੈ ਤਾਂ ਅਸੀਂ ਪਰਮੇਸ਼ਵਰ ਦੇ ਗੂੜ ਭੇਤਾਂ ਨੂੰ ਸਿੱਖ ਸਕਾਂਗੇ, ਸਮਝ ਸਕਾਂਗੇ ਅਤੇ ਉਸ ਦੇ ਰਾਜ ਦੀ ਅਸਲ ਮੁਨਾਦੀ ਦੇ ਅਸੀਂ ਪਰਮੇਸ਼ਵਰ ਦੇ ਸੰਦੇਸ਼ਵਾਹਕ ਬਣਾਂਗੇ, ਜੇ ਸਿੱਖਣ ਵਾਲਾ ਮਨ ਹੈ ਤਾਂ। ਨਹਿਮੀਆ 8 ਵਿੱਚ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਲਈ ਆਏ। ਇਹ ਤਾਂ ਛਪਾਈ ਦੀ ਖੋਜ ਹੋਣ ਤੋਂ ਪਹਿਲਾਂ ਅਤੇ ਜਦੋਂ ਲੋਕਾਂ ਕੋਲ ਆਪਣੀਆਂ ਨਿੱਜੀ ਬਾਈਬਲਾਂ ਨਹੀਂ ਹੁੰਦੀਆਂ ਸਨ, ਤਦ ਦੀ ਇਹ ਗੱਲ ਹੈ। ਜਦੋਂ ਨਹਿਮੀਆ ਖੜ ਕੇ ਇਸ ਗੱਲ ਦੀ ਲੇਵੀਆ ਅਤੇ ਪਰਜਾ ਵਿਵਸਥਾ ਨੂੰ ਸਿਖਾਇਆ ਜਾ ਰਿਹਾ ਸੀ, ਸਮਝਾਇਆ ਜਾ ਰਿਹਾ ਸੀ। ਇੱਕ ਬਹੁਤ ਵੱਡੀ ਭੀੜ ਯਰੂਸ਼ਲਮ ਦੇ ਜਲ ਫਾਟਕ ਤੇ ਇਕੱਠੀ। ਆਜ਼ਰਾ ਜਾਜਕ ਨੇ ਪਰਮੇਸ਼ਵਰ ਦੀ ਵਿਵਸਥਾ ਉਹਨਾਂ ਲਈ ਪੜ੍ਹੀ। ਪਹਿਲੀ ਗੱਲ ਮੈਂ ਆਪ ਨੂੰ ਦੱਸ ਦਿੱਤੀ, ਸਿੱਖਣ ਵਾਲਾ ਮਨ ਅਤੇ ਸਿਖਾਉਣ ਵਾਲੇ ਦੀ ਨਮਰਤਾ ਜੇ ਹੋਵੇ ਤਾਂ ਅਸੀਂ ਪਰਮੇਸ਼ਵਰ ਦੇ ਭੇਤ ਨੂੰ ਸਮਝ ਸਕਦੇ ਹਾਂ ਅਤੇ ਆਪਣੇ ਵਿੱਚ ਪਾ ਸਕਦੇ ਹਾਂ, ਔਰ ਪਰਮੇਸ਼ਵਰ ਸਾਨੂੰ ਦੇਵੇਗਾ। ਦੂਸਰੀ ਗੱਲ, ਉਹਨਾਂ ਨੇ ਕਿਤਾਬਾਂ ਵਿੱਚੋਂ ਹੀ ਪੜ੍ਹਿਆ। ਉਹਨਾਂ ਨੇ ਆਪਣੇ ਕੋਲੋਂ ਨਹੀਂ ਮਾਰਿਆ ਵੀ ਇੱਦਾਂ ਹੈ, ਇੱਦਾਂ ਹੈ, ਆਹ ਹੈ, ਇੱਦਾਂ। ਆਪਣੇ ਕਈ ਲੋਕ ਜਦੋਂ ਪ੍ਰਚਾਰ ਕਰਦੇ ਆ ਤਾਂ ਉਹ ਬਾਈਬਲ ਨੂੰ ਖੋਲ੍ਹਦੇ ਨਹੀਂ ਆ। ਇਸ ਬਾਈਬਲ ਨੂੰ, ਜਿਹੜੀ ਬਾਈਬਲ ਮੇਰੇ ਕੋਲ ਦਿੱਤੀ ਗਈ ਹੈ, ਇਹ ਨਹੀਂ ਖੋਲ੍ਹਦੇ। ਉਹ ਅੱਖਾਂ ਬੰਦ ਕਰਕੇ ਪ੍ਰਚਾਰ ਕਰਦੇ ਆ। ਬਹੁਤ ਗਲਤ ਹੈ। ਪ੍ਰਭੂ ਯਿਸੂ ਮਸੀਹ ਜਦੋਂ ਪ੍ਰਚਾਰ ਕਰਦਾ ਸੀ ਸਭਨਾਂ ਦੇ ਨਾਲ ਅੱਖਾਂ ਮਿਲਾ ਕੇ। ਕਿਉਂਕਿ ਸੱਚ ਸਾਹਮਣੇ ਹੁੰਦਾ ਹੈ। ਉਹ ਅੱਖਾਂ ਬੰਦ ਕਰਕੇ ਪ੍ਰਗਟ ਨਹੀਂ ਕੀਤਾ ਜਾਂਦਾ, ਉਹ ਖੋਲ੍ਹ ਕੇ ਪ੍ਰਗਟ ਕੀਤਾ ਜਾਂਦਾ। ਬਾਈਬਲ ਖੋਲ੍ਹ ਕੇ ਪ੍ਰਗਟ ਕੀਤੀਆਂ। ਉਹਨਾਂ ਨੇ ਕਿਤਾਬਾਂ ਵਿੱਚੋਂ ਪੜ੍ਹਿਆ। ਆਪਣੇ ਬੱਚਿਆਂ ਨੂੰ ਸਿਖਾਉਣ ਵਿੱਚ ਜਾਂ ਫਿਰ ਪ੍ਰਚਾਰ ਵਿੱਚ ਬਹੁਤ ਹੀ ਜ਼ਰੂਰੀ ਹੈ ਕਿ ਪਰਮੇਸ਼ਰ ਦੇ ਵਚਨ ਵਿੱਚ ਸਿਖਾਇਆ ਜਾਵੇ। ਪਰਮੇਸ਼ਰ ਦੇ ਵਚਨ ਵਿੱਚੋਂ ਹੀ ਸਿਖਾਇਆ ਜਾਵੇ, ਕਿਤੋਂ ਹੋਰ ਸਿਖਾਉਣ ਦੀ ਲੋੜ ਨਹੀਂ ਹੈ। ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਹੈ, ਉਹ ਪਰਮੇਸ਼ਰ ਦਾ ਵਚਨ ਦੱਸ ਕੀ ਰਿਹਾ ਹੈ, ਉਹਨੂੰ ਉੱਥੇ ਹੀ ਸਿਖਾਉਣਾ। ਮੈਂ ਕਦੇ ਵੀ ਕਿਸੇ ਘਰ ਦੇ ਵਿੱਚ ਜਾਣਾ, ਆਪ ਵੀ ਬਾਈਬਲ ਖੋਲ੍ਹਦਾ, ਦੂਸਰਿਆਂ ਨੂੰ ਵੀ ਕਹਿੰਦਾ ਬਾਈਬਲ ਖੋਲ੍ਹੋ। ਕਿਉਂ? ਤਾਂ ਕਿ ਉਹਨਾਂ ਨੂੰ ਸੱਚਾਈ ਦਾ ਭੇਤ ਪਤਾ ਲੱਗ ਸਕੇ। ਇਹ ਮੈਂ ਆਪਣੇ ਕੋਲੋਂ ਨਹੀਂ, ਬਲਕਿ ਪਰਮੇਸ਼ਰ ਦੇ ਵਚਨ ਵਿੱਚੋਂ ਕਹਿ ਰਿਹਾ। ਇਹ ਗੱਲ ਉਹਨਾਂ ਨੂੰ ਸਮਝ ਆ ਜਾਏ। ਇਹ ਵਚਨ ਮੇਰਾ ਨਹੀਂ,
ਪਰਮੇਸ਼ਰ ਦੇ ਆਤਮਾ ਦੁਆਰਾ ਮੇਰੇ ਜੀਵਨ ਦੀ ਆਤਮਿਕ ਉન્નਤੀ ਦੇ ਲਈ ਅਤੇ ਸਵਰਗ ਰਾਜ ਦੇ ਵਿੱਚ ਮੈਨੂੰ ਵਧਣ ਦੇ ਲਈ ਦਿੱਤਾ ਗਿਆ ਹੈ। ਇਹ ਭੇਤ ਪਤਾ ਲੱਗ ਸਕੇ। ਸਿਰਫ ਇੱਕੋ ਹੀ ਜੀਵਿਤ ਅਤੇ ਸ਼ਕਤੀਸ਼ਾਲੀ, ਕਿਸੇ ਵੀ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਇਹ ਵਚਨ ਹੈ। ਕੋਈ ਹੋਰ ਇਹੋ ਜਿਹੀ ਕਿਤਾਬ ਨਹੀਂ ਹੈ ਜਿਹੜੀ ਸਾਨੂੰ ਪਰਮੇਸ਼ਰ ਦੇ ਉਦੇਸ਼ ਬਾਰੇ ਦੱਸ ਸਕੇ, ਜਿਹੜੀ ਸਾਨੂੰ ਪਰਮੇਸ਼ਰ ਦੀ ਮੁਕਤੀ ਦੇ ਭੇਤ ਬਾਰੇ ਦੱਸ ਸਕੇ, ਜਿਹੜੀ ਸਾਨੂੰ ਸਵਰਗ ਰਾਜ ਦੇ ਖੁਲਾਸੇ ਬਾਰੇ ਦੱਸ ਸਕੇ। ਕੋਈ ਹੋਰ ਪੁਸਤਕ ਨਹੀਂ ਸਿਵਾਏ ਬਾਈਬਲ। ਤੀਸਰੀ ਗੱਲ, ਉਹਨਾਂ ਨੇ ਸਮਝਾਇਆ। ਸਮਝਾਉਣ ਵਾਲੇ ਨੂੰ ਤਰੀਕਾ ਹੋਣਾ ਚਾਹੀਦਾ। ਐ ਨਹੀਂ ਫਟਾਫਟ ਬੋਲ ਦਿੱਤਾ ਖਤਮ ਹੋ ਗਿਆ, ਨਹੀਂ, ਤਰੀਕਾ ਹੋਣਾ ਚਾਹੀਦਾ ਹੈ। ਪ੍ਰਭੂ ਯਿਸੂ ਮਸੀਹ ਜੀ ਦੇ ਉਪਦੇਸ਼ ਦੇਖੋ ਕਿੰਨੇ ਸੁੰਦਰ ਸੀ, ਸਭ ਨੂੰ ਸਮਝ ਆਉਂਦੇ। ਅਸੀਂ ਅੱਜ ਵੀ ਪੜ੍ਹਦੇ ਹਾਂ, ਉਹਦੇ 'ਚੋਂ ਹਜ਼ਾਰਾਂ ਭੇਤ ਹਜ਼ਾਰਾਂ ਵਾਰ ਪ੍ਰਗਟ ਹੋ ਜਾਂਦੇ, ਹਜ਼ਾਰਾਂ ਵਾਰ ਪ੍ਰਗਟ ਹੋ ਜਾਂਦੇ। ਇੱਕ ਪਰਮੇਸ਼ਰ ਦਾ ਦਾਸ ਹੋਇਆ ਥਾਮਸਨ 'ਚ, ਉਹ ਕਹਿੰਦਾ ਮੈਂ 1000 ਵਾਰ ਬਾਈਬਲ ਪੜ੍ਹੀ ਹੈ, ਪਰ ਹਜੇ ਵੀ ਮੈਂ ਅਧੂਰਾ, ਮੈਂ ਸੰਪੂਰਨ ਨਹੀਂ। ਸੰਪੂਰਨ ਇੱਕੋ ਹੀ ਹੈ ਪਰਮੇਸ਼ਰ। ਇਸੇ ਕਰਕੇ ਕੁਰੰਥ ਦੇ ਵਿੱਚ ਪੌਲਸ ਰਸੂਲ 13 ਅਧਿਆਏ ਦੇ ਵਿੱਚ ਕਹਿੰਦਾ ਹੈ, ਜਦੋਂ ਸਰਵ ਸਿੱਧ ਆਵੇਗਾ ਤਾਂ ਅਧੂਰਾ ਮਿਟ ਜਾਵੇਗਾ, ਤਾਂ ਅਸੀਂ ਸੰਪੂਰਨਤਾ ਦੇ ਵਿੱਚ ਹਾਂ। ਇਹਦਾ ਮਤਲਬ ਹਜੇ ਅਸੀਂ ਅਧੂਰੇ ਹਾਂ, ਅਸੀਂ ਸੰਪੂਰਨ ਨਹੀਂ। ਪਰ ਰੋਜ਼ ਪਰਮੇਸ਼ਰ ਦਾ ਆਤਮਾ ਸਾਡੇ ਵਿੱਚ ਉਸ ਅਧੂਰੇਪਨ ਨੂੰ ਖਤਮ ਕਰਨ ਦੇ ਲਈ ਆਪਣਾ ਗਿਆਨ ਨਿਤ ਪ੍ਰਤੀ ਦਿਨ ਸਾਨੂੰ ਦਿੰਦਾ ਹੈ, ਜਦੋਂ ਅਸੀਂ ਉਸ ਦੇ ਨਾਲ ਬੈਠਦੇ ਹਾਂ। ਇਹਦਾ ਮਤਲਬ ਉਹਨਾਂ ਨੇ ਸਮਝਾਇਆ। ਵਿਵਸਥਾ ਮੂਸਾ ਦੁਆਰਾ ਲਗਭਗ 900 ਸਾਲ ਪਹਿਲਾਂ ਲਿਖੀ ਗਈ। ਸਮੇਂ ਦੇ ਬਹਾਵ ਨਾਲ ਭਾਸ਼ਾ ਬਦਲ ਜਾਂਦੀ ਹੈ। ਅਸਲ ਵਿੱਚ ਸਾਡੀਆਂ ਬਾਈਬਲਾਂ ਮੂਲ ਰੂਪ ਵਿੱਚ ਇਬਰਾਨੀ, ਆਰਾਮਿਕ ਅਤੇ ਯੂਨਾਨੀ ਭਾਸ਼ਾ ਤੋਂ ਅਨੁਵਾਦ ਕੀਤੀਆਂ ਗਈਆਂ। ਪੁਰਾਣੇ ਅਨੁਵਾਦਾਂ ਨੂੰ ਸਮਕਾਲੀ ਭਾਸ਼ਾ ਵਿੱਚ ਸਮਝਾਉਣ ਦੀ ਲੋੜ ਹੈ। ਬਾਈਬਲ ਦੀ ਸ਼ਬਦਾਵਲੀ ਅਤੇ ਇਸ ਦੇ ਤੱਥ ਵਿੱਚ ਵਿਚਾਰਾਂ ਦੇ ਬਹੁਤ ਸਾਰੇ ਭੇਤ ਹੈ, ਜਿਹੜੇ ਭਾਸ਼ਾ ਨੂੰ ਲਿਖਦੇ ਆ ਤੇ ਭਾਸ਼ਾ ਨੂੰ ਸਾਡੇ ਵਿੱਚ ਅਨੁਵਾਦ ਕਰਕੇ ਦਿੰਦੇ ਆ ਕਿ ਅਸੀਂ ਉਸ ਦੇ ਸੱਤ ਨੂੰ ਸਮਝ ਸਕੀਏ। ਕੋਈ ਮਲਿਆਲਮ ਦਾ ਇੰਗਲਿਸ਼ 'ਚ ਤਰਜਮਾ ਕਰਦਾ ਹੈ, ਕੋਈ ਇੰਗਲਿਸ਼ ਦਾ ਮਲਿਆਲਮ 'ਚ ਤਰਜਮਾ ਕਰਦਾ ਹੈ, ਕੋਈ ਪੰਜਾਬੀ ਦਾ ਮਲਿਆਲਮ 'ਚ ਤਰਜਮਾ ਕਰਦਾ ਔਰ ਕੋਈ ਪੰਜਾਬੀ ਦਾ ਮਲਿਆਲਮ 'ਚ ਕਰਦਾ, ਕੋਈ ਇੰਗਲਿਸ਼ ਦਾ ਹਿੰਦੀ 'ਚ ਕਰਦਾ ਹੈ, ਕੋਈ ਹਿੰਦੀ ਦਾ ਇੰਗਲਿਸ਼ 'ਚ ਕਰਦਾ। ਇਹ ਤਰਜਮੇ ਹੈ ਮੇਰੇ ਭਾਈ। ਅਲੱਗ-ਅਲੱਗ ਦੇਸ਼ ਦੇ ਵਿੱਚ ਅਲੱਗ-ਅਲੱਗ ਤਰੀਕਿਆਂ ਦੇ ਨਾਲ ਪਰਮੇਸ਼ਰ ਦਾ ਵਚਨ ਸਾਡੇ ਵਿੱਚ ਮੂਲ ਭਾਸ਼ਾਵਾਂ ਦੇ ਵਿੱਚੋਂ ਅਨੁਵਾਦ ਕਰਕੇ ਦਿੱਤਾ ਗਿਆ ਕਿ ਅਸੀਂ ਪਰਮੇਸ਼ਰ ਦੀ ਅਸਲ ਸੱਚਾਈ ਨੂੰ ਸਮਝ ਕੇ ਉਹਨਾਂ ਤੱਕ ਪਹੁੰਚਾ ਸਕੀਏ ਜੋ ਇਸ ਤੋਂ ਅਣਜਾਣ ਹੈ। ਕੰਦਾਕੇ ਦਾ ਇੱਕ ਖੋਜਾ ਸੀ ਅਤੇ ਯਰੂਸ਼ਲਮ ਦੇ ਵਿੱਚੋਂ ਫਿਲਿੱਪੁਸ ਆ ਕੇ ਉਸ ਨੂੰ ਉਸ ਭਾਸ਼ਾ ਦਾ ਸਹੀ ਅਨੁਵਾਦ ਕਰਕੇ ਉਹਨੂੰ ਦੱਸਦਾ ਹੈ। ਤੇ ਜਦੋਂ ਉਸ ਨੂੰ ਸਮਝ ਆ ਜਾਂਦਾ ਹੈ ਤਾਂ ਕਹਿੰਦਾ ਹੁਣ ਇੱਥੇ ਪਾਣੀ ਵੀ ਹੈ, ਤੂੰ ਵੀ ਹੈ, ਤੇ ਹੁਣ ਮੈਨੂੰ ਕਿਹੜੀ ਚੀਜ਼ ਹੈ ਜਿਹੜੀ ਮੁਕਤੀ ਤੋਂ ਰੋਕ ਸਕਦੀ ਹੈ। ਮੈਂ ਮੰਨਦਾ ਕਿ ਪ੍ਰਭੂ ਯਿਸੂ ਮਸੀਹ ਮੇਰੇ ਪਾਪਾਂ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ, ਹੁਣ ਮੇਰਾ ਪ੍ਰਭੂ ਹੈ। ਹੁਣ ਮੈਂ ਉਹਦੇ ਨਾਲ ਸਮਲਿਤ ਹੋਣਾ ਚਾਹੁੰਦਾ, ਹੁਣ ਮੈਂ ਉਹਦੀ ਆਗਿਆ ਨੂੰ ਪੂਰਾ ਕਰਕੇ ਹੁਣ ਮੈਂ ਪ੍ਰਭੂ ਦੀ ਕਲੀਸਿਆ ਦਾ ਹਿੱਸਾ ਬਣਨਾ ਚਾਹੁੰਦਾ। ਕੋਈ ਰੋਕ ਨਹੀਂ ਸਕਿਆ ਜਦੋਂ ਸਮਝ ਆ ਗਿਆ ਉਦੋਂ। ਇਸ ਲਈ ਜ਼ਰੂਰੀ ਹੈ ਸਮਝਾਉਣਾ ਅਤੇ ਸਮਝਾਉਣ ਵਾਲੇ ਦਾ ਤਰੀਕਾ ਸਮਝਾਉਣ ਦਾ ਸਹੀ ਹੋਣਾ ਚਾਹੀਦਾ। ਉਹਨੂੰ ਇਸ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ। ਐ ਨਹੀਂ, ਚਮਤਕਾਰ ਤਾਂ ਮੇਰੇ ਪ੍ਰਭੂ ਨੇ ਵੀ ਬਹੁਤ ਕੀਤੇ।
ਪਰ ਉਹਨਾਂ ਵਿੱਚੋਂ ਮੈਂ ਇੱਕ ਖਾਸ ਗੱਲ ਦੱਸਣਾ ਚਾਹੁੰਦਾ। 10 ਕੋੜੀ ਚੰਗੇ ਹੋਏ, 10 ਵਿੱਚੋਂ ਕਿੰਨੇ ਪ੍ਰਭੂ ਕੋਲ ਆ ਗਏ? ਇੱਕ। ਬਾਕੀ ਦੁਨੀਆ ਦੇ ਵਿੱਚ ਚਲੇ ਗਏ। ਚਮਤਕਾਰਾਂ ਨਾਲ ਕੁਝ ਲੋਕ ਤੁਹਾਡੇ ਕੋਲ ਆਉਣਗੇ, ਪਰ ਅਸਲ ਵਿੱਚ ਪ੍ਰਭੂ ਦੇ ਕੋਲ ਸਮਝਣ ਦੇ ਲਈ ਇੱਕੋ ਹੀ ਆਵੇਗਾ। ਇਸੇ ਕਰਕੇ ਬਾਣੀ ਦੇ ਵਿੱਚ ਲਿਖਿਆ ਹੈ, ਸੱਦੇ ਹੋਏ ਤਾਂ ਬਹੁਤ ਹੈ, ਪਰ ਚੁਣੇ ਹੋਏ ਥੋੜ੍ਹੇ। ਪਿਆਰੋ, ਚੁਣੇ ਹੋਏ ਉਹ ਹੈ ਜਿਹੜੇ ਪਰਮੇਸ਼ਰ ਦੀ ਬਾਣੀ ਨੂੰ ਸਿੱਖਣਾ ਅਤੇ ਸਮਝਣਾ ਚਾਹੁੰਦੇ ਆ। ਜਿਹੜੇ ਸਿੱਖਣਾ ਅਤੇ ਸਮਝਣਾ ਚਾਹੁੰਦੇ ਆ, ਉਹਨਾਂ ਕੋਲ ਪਰਮੇਸ਼ਰ ਆਪਣੇ ਚਰਵਾਹਿਆਂ ਨੂੰ, ਆਪਣੇ ਆਗੂਆਂ ਨੂੰ ਉਹਨਾਂ ਕੋਲ ਭੇਜਦਾ ਹੈ, ਤਾਂ ਕਿ ਉਸ ਵਚਨ ਦੇ ਭੇਤ ਨੂੰ ਸਮਝ ਸਕਣ ਅਤੇ ਉਹ ਉਸ ਵਚਨ ਨੂੰ ਉਹਨਾਂ ਕੋਲੋਂ ਸਿੱਖ ਸਕਣ। ਆਖਰੀ ਗੱਲ ਮੈਂ ਦੱਸ ਰਿਹਾ, ਉਹਨਾਂ ਨੇ ਜੋ ਪੜ੍ਹਿਆ ਉਹ ਉਹਨਾਂ ਨੂੰ ਸਮਝਣ ਦੇ ਵਿੱਚ ਮਦਦ ਵੀ ਕੀਤੀ ਹੈ। ਜੋ ਉਹਨਾਂ ਨੇ ਪੜ੍ਹਿਆ ਹੈ, ਜੋ ਉਹਨਾਂ ਨੇ ਉਸ ਦਾ ਅਨੁਵਾਦ ਕੀਤਾ ਹੈ, ਉਹਨਾਂ ਨੇ ਉਸ ਨੂੰ ਸਮਝਾਉਣ ਦੇ ਵਿੱਚ ਉਹਨਾਂ ਦੀ ਮਦਦ ਵੀ ਕੀਤੀ। ਜੇ ਹੁਣ ਪੜ੍ਹਿਆ ਉਹਨੂੰ ਅਸੀਂ ਸਮਝਾ ਹੀ ਨਹੀਂ ਸਕੇ, ਸਹੀ ਤਰੀਕੇ ਨਾਲ ਅਨੁਵਾਦ ਹੀ ਨਹੀਂ ਕਰ ਸਕੇ, ਤਾਂ ਉਹ ਵਿਅਰਥ ਹੈ, ਉਹ ਵਿਅਰਥ ਹੈ। ਇਸ ਲਈ ਫਿਲਿੱਪੁਸ ਨੇ ਇਹ ਖੋਜੇ ਲਈ ਵੀ ਕੀਤਾ। ਪੜ੍ਹੇ ਜਾਂਦੇ ਨੂੰ ਸਮਝ ਲੈਣਾ ਉਲਝਣ ਨੂੰ ਖਤਮ ਕਰ ਦਿੰਦਾ ਹੈ। ਜਦੋਂ ਅਸੀਂ ਪੜ੍ਹਿਆ, ਉਹਨੂੰ ਸਮਝਾ ਦਿੱਤਾ, ਤਾਂ ਉਲਝਣ ਖਤਮ ਹੋ ਗਈ। ਉਹਨੂੰ ਪਤਾ ਨਹੀਂ ਸੀ ਇਹ ਨਬੀ ਕਿਹਦੇ ਬਾਰੇ ਕਹਿ ਰਿਹਾ, ਪਰ ਜਦ ਉਹਨੇ ਸਮਝਾ ਦਿੱਤਾ ਯਿਸੂ ਮਸੀਹ ਦੇ ਬਾਰੇ, ਤਾਂ ਉਹਨੂੰ ਸਮਝ ਆ ਗਿਆ, ਉਹ ਭੇਤ ਖੁੱਲ੍ਹ ਗਿਆ ਅਤੇ ਉਹਨੇ ਪ੍ਰਭੂ ਨੂੰ ਮੁਕਤੀ ਦਾਤਾ ਕਰਕੇ ਸਵੀਕਾਰ ਕਰ ਲਿਆ। ਕਿੰਨੀ ਖੁਸ਼ੀ ਦੀ ਗੱਲ ਹੈ ਕਿ ਇੱਕ ਆਤਮਾ ਜਿਸ ਨੂੰ ਪੜ੍ਹਿਆ ਅਤੇ ਸਮਝਾ ਦਿੱਤਾ ਗਿਆ, ਉਹ ਬਚ ਗਈ। ਅਸੀਂ ਵੀ ਤਾਂ ਇਹ ਕੰਮ ਕਰਨਾ ਹੈ। ਜਿਹੜੇ ਨਹੀਂ ਸਮਝਦੇ ਉਹਨਾਂ ਨੂੰ ਸਮਝਾਉਣਾ ਹੈ ਅਤੇ ਉਹਨਾਂ ਦੇ ਪਾਉਣਾ ਹੈ, ਤਾਂ ਕਿ ਉਹ ਬਚ ਜਾਣ, ਪ੍ਰਭੂ ਦਾ ਉਦੇਸ਼ ਪੂਰਾ ਹੋ ਜਾਏ ਅਤੇ ਉਸ ਨੂੰ ਆਨੰਦ ਹੋਇਆ। ਉਹ ਆਨੰਦ ਕਰਦਾ ਹੋਇਆ ਆਪਣੇ ਦੇਸ਼ ਨੂੰ ਚਲਾ ਗਿਆ। ਜਦੋਂ ਅਸੀਂ ਇਹ ਕੰਮ ਕਰਦੇ ਹਾਂ, ਕਿਸੇ ਦੀ ਮਦਦ ਕਰਦੇ ਹਾਂ ਅਤੇ ਉਹਨਾਂ ਦੀ ਭੁੱਖ ਨੂੰ ਮਿਟਾਉਂਦੇ ਹਾਂ, ਤਦ ਪਰਮੇਸ਼ਰ ਦੀ ਬਰਕਤ ਸਾਨੂੰ ਵੀ ਮਿਲਦੀ ਹੈ। ਪਰਮੇਸ਼ਰ ਦੀ ਬਾਣੀ ਦੇ ਵਿੱਚ ਇੱਕ ਵਚਨ ਮੈਂ ਪੜ੍ਹਨਾ ਚਾਹੁੰਦਾ, ਉੱਥੋਂ ਮੇਰੀ ਸਮਾਪਤੀ ਹੈ। ਜਦੋਂ ਮੈਂ ਥੈਸਲੋਨੀਕ ਦੀ ਪੁਸਤਕ, ਉਸ ਦਾ 5 ਅਧਿਆਏ, ਉਸ ਦੀ 12 ਆਇਤ ਪੜ੍ਹਦਾ ਹਾਂ, ਸਿਖਾਉਣ ਵਾਲਿਆਂ ਦੇ ਲਈ, ਜਿਹੜੇ ਸਿਖਾਉਂਦੇ ਆ ਉਹਨਾਂ ਦੇ ਲਈ ਇੱਥੇ ਲਿਖਿਆ, ਹੇ ਪ੍ਰਭੂ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਜੋ ਤੁਹਾਡੇ ਵਿੱਚ ਮਿਹਨਤ ਕਰਦੇ ਅਤੇ ਪ੍ਰਭੂ ਵਿੱਚ ਅਗੂਏ ਆ ਅਤੇ ਤੁਹਾਨੂੰ ਸਿੱਖਿਆ ਦਿੰਦੇ ਆ, ਉਹਨਾਂ ਦੀ ਮੰਨੋ। ਖੋਜੇ ਨੂੰ ਸਿੱਖਿਆ ਦਿੱਤੀ ਗਈ, ਖੋਜੇ ਨੇ ਮੰਨ ਲਿਆ ਅਤੇ ਉਸਨੇ ਪਰਮੇਸ਼ਰ ਨੂੰ ਮੁਕਤੀਦਾਤਾ ਮੰਨ ਕੇ ਉਹ ਉਸ ਦੀ ਸੰਤਾਨ ਬਣ ਗਿਆ। ਔਰ ਫਿਲਿੱਪੁਸ ਨੂੰ ਉਸ ਵਚਨ ਦੇ ਸਮਝਾਉਣ ਦਾ ਉਸ ਨੂੰ ਫਲ ਮਿਲ ਗਿਆ। ਇੱਕ ਭੇਡ ਸਵਰਗ ਰਾਜ ਵਿੱਚ ਆ ਗਈ, ਜਿਹੜੀ ਉਸ ਵਚਨ ਦੇ ਉਲਝਣ ਵਿੱਚ ਸੀ। ਪ੍ਰਭੂ ਆਪ ਨੂੰ, ਜੇ ਕੋਈ ਤੁਹਾਡੇ ਕੋਲੋਂ ਵਚਨ ਸਿੱਖਣਾ ਚਾਹੁੰਦਾ ਹੈ, ਜੇ ਕੋਈ ਵਚਨ ਪੜ੍ਹ ਰਿਹਾ ਹੈ, ਉਹਨੂੰ ਸਮਝ ਨਹੀਂ ਆ ਰਿਹਾ ਹੈ, ਤੁਸੀਂ ਸਿਖਾਉਂਦੇ ਹੋ, ਤਾਂ ਪਰਮੇਸ਼ਵਰ ਤੁਹਾਨੂੰ ਉਸ ਦਾ ਪ੍ਰਤੀਫਲ ਦੇਗਾ। ਪਰ ਉਹ ਸ਼ਰਤ ਇਹ ਹੈ, ਜਿਹੜਾ ਸਿੱਖਣਾ ਚਾਹੁੰਦਾ ਹੈ ਉਹ ਸਿੱਖਣ ਵਾਲੇ ਮਨ ਦੇ ਨਾਲ ਸਿੱਖੇ। ਉਹ ਉਸ ਨੂੰ ਨੀਵਾਂ ਕਰਨ ਦੇ ਲਈ ਨਹੀਂ। ਕਈ ਲੋਕ ਇਸ ਲਈ ਸਿੱਖਣ ਦੇ ਲਈ ਜਾਂਦੇ ਆ ਕਿ ਮੈਂ ਆਪਣਾ ਜਿਹਦੇ ਕੋਲ ਜਾ ਰਿਹਾ ਉਹਨੂੰ ਮੈਂ ਸਵਾਲ 'ਤੇ ਸਵਾਲ ਕਰਕੇ ਉਹਨੂੰ ਨੀਵਾਂ ਕਰਾਂ। ਮੇਰੇ ਪਿਆਰੇ ਅਜ਼ੀਜ਼, ਬਾਈਬਲ ਦੱਸਦੀ ਹੈ ਉਹ ਸਿੱਖਣ ਵਾਲੇ ਕਦੇ ਵੀ ਪਰਮੇਸ਼ਵਰ ਦੇ ਰਾਜ ਵਿੱਚ ਨਹੀਂ ਬਣਨਗੇ, ਜਿਹੜੇ ਹਮੇਸ਼ਾ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਤਰਕ ਕਰਕੇ ਉਸ ਨੂੰ ਨਿੰਦਾਯੋਗ ਵਚਨ ਬਣਾਉਂਦੇ। ਇਸ ਲਈ ਪਰਮੇਸ਼ਵਰ ਦਾ ਵਚਨ ਆਦਰ ਦੇ ਨਾਲ ਸਿੱਖਣ ਅਤੇ ਸਿਖਾਉਣ ਦਾ ਹੈ। ਅਸੀਂ ਇਸ ਵਚਨ ਨੂੰ ਸਿੱਖੀਏ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਵਧੀਏ ਅਤੇ ਪਰਮੇਸ਼ਵਰ ਦੀ ਮਹਿਮਾ ਕਰੀਏ। ਪ੍ਰਭੂ ਆਪ ਨੂੰ ਇਸ ਤਰ੍ਹਾਂ ਕਰਨ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥ।